ਤੇ ਨਿਚੋੜ ਕੱਢਿਆ ਹੈ ਕਿਹੜਾ ਕਿ ਰਾਮ ਰਾਮ ਸਾਰ ਭੂਤ। ਸਾਰ ਕਹਿੰਦੇ ਤੱਤ ਨੂੰ, ਭੂਤ ਕਹਿੰਦੇ ਨੇ ਪਦਾਰਥ ਨੂੰ। ਸਾਰੇ ਹੀ ਪਦਾਰਥਾਂ ਦਾ ਨਿਚੋੜ ਕੀ ਹੈ? ਪ੍ਰਮਾਤਮਾ ਦਾ ਨਾਮ। ਸਾਰੇ ਹੀ ਕੀਤੇ ਜਾ ਰਹੇ ਕਰਮਾਂ ਦਾ ਨਿਚੋੜ ਹੈ ਪ੍ਰਮਾਤਮਾ ਦਾ ਨਾਮ। ਇਸ ਲਈ ਰਾਮ ਰਾਮ ਸਾਰ ਭੂਤ। ਪਦਾਰਥ ਜਿੰਨੇ ਮਰਜ਼ੀ ਹੋਵਣ, ਜੇ ਪ੍ਰਮਾਤਮਾ ਦਾ ਨਾਮ ਨੇ, ਉਹ ਪਦਾਰਥ ਵੀ ਕੀ ਹੈ? ਵਰਤਨ ਯੋਗ ਨਹੀਂ, ਭਾਵ ਉਹ ਤੋਂ ਚੰਗਾ ਜੀਵਨ ਨਹੀਂ ਬਣਦਾ। ਇਸ ਲਈ ਜੇ ਜੀਵਨ ਦੇ ਅੰਦਰ ਤੂੰ ਪਦਾਰਥ ਧਾਰਨ ਕਰਨਾ ਹੈ, ਕੋਈ ਵਸਾਉਣ ਯੋਗ ਵਿਚਾਰ ਕਰਮ ਨੇ, ਉਹ ਹੈ ਪਰਮਾਤਮਾ ਦਾ ਨਾਮ। ਤਤ ਵਿਚਾਰੇ, ਇਹ ਤਤ ਦੀ ਗੱਲ ਦੱਸੀ ਹੈ ਮਾਲਕ ਨੇ, ਨਿਚੋੜ ਦੀ ਗੱਲ ਦੱਸੀ ਹੈ। ਕਿਉਂਕਿ ਆਪਣੇ ਜੀਵਨ ਦੇ ਮਾਲਕ ਦੇ ਨੇ ਆਪਣੇ ਜੀਵਨ ਦੇ ਅਨੁਸਾਰ ਤਤ ਵਿਚਾਰ ਕੇ ਦੱਸਿਆ ਕਿ ਇਹ ਗੁਰੂ ਪਿਆਰ ਵਾਲੇ, ਤੇਰੇ ਕੋਲ ਪਦਾਰਥ ਬਹੁਤ ਹੋਵਣ, ਤੂੰ ਇਹਨਾਂ ਪਦਾਰਥਾਂ ਦੀ ਵਰਤ ਵਰਤਾਓ ਕਰਕੇ ਜੀਵਨ ਅੰਦਰ ਸੋਚ ਚੰਗੀ ਬਣਾ, ਕਰਮ ਚੰਗੇ ਬਣਾ, ਚੰਗੀ ਸੰਗਤ ਕਰ, ਗੁਰ ਉਪਦੇਸ਼ ਅਨੁਸਾਰ ਆਪਣਾ ਜੀਵਨ ਧਾਰਨ ਕਰ, ਮੁਖ ਤੋਂ ਪਰਮਾਤਮਾ ਦੀ ਸਿਫਤ ਕਰ ਤੇ ਕੰਨਾਂ ਦੇ ਰਾਹੀਂ ਪਰਮਾਤਮਾ ਦੀ ਸਿਫਤ ਸੁਣ। ਤੇਰੇ ਜੀਵਨ ਦੇ ਅੰਦਰ ਆਏ ਜਿਹੜੇ ਮਾੜੇ ਕਰਮ, ਪਹਿਲੀ ਗੱਲ ਆਉਂਦੇ ਹੀ ਨਹੀਂ, ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਜੇ ਇਹਨਾਂ ਦਾ ਮਾੜਾ ਪ੍ਰਭਾਵ ਹੈ, ਉਹ ਵੀ ਹੁਣ ਚੰਗਿਆਈਆਂ ਦੇ ਸਦਕਾ ਸੜ ਜਾਣਗੇ, ਖਤਮ ਹੋ ਜਾਵਣਗੇ ਤੇ ਤੇਰਾ ਜੀਵਨ ਪਵਿੱਤਰ ਹੋ ਜਾਵੇ। ਇਹ ਹੈ ਤਤ ਦੀ ਵਿਚਾਰ, ਇਹ ਸਾਰ ਤਤ। ਇਸ ਲਈ ਸਤਿਗੁਰੂ ਨੇ ਹੁਕਮ ਕੀਤਾ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਨਿਰਮਲ ਕਰਮ ਦੀ ਜੀਵਨ ਦੀ ਕਿਰਿਆ ਬਣੇ। ਅਗਲਾ ਬਚਨ ਸਾਰੰਗ ਮਹਲਾ ਪੰਜਵਾਂ। ਨਾਮ ਭਗਤ ਮਾਂਗ ਸੰਤ, ਤਿਆਗ ਸਗਲ ਕਾਮੀ ਰਹਾਓ। ਤੂੰ ਭਗਤੀ ਮੰਗ, ਤੇ ਭਗਤੀ ਦੇ ਅੰਦਰ ਕੀ ਹੋਵੇ? ਨਾਮ। ਨਾਮ ਭਗਤ ਮੰਗ ਸੰਤ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ, ਗੁਰੂ ਰੂਪ ਸੰਤ ਦੇ ਨਾਲ ਮਿਲ ਕੇ ਤੂੰ ਭਗਤੀ ਕਰ। ਤੇ ਭਗਤੀ ਦਾ ਮੂਲ ਆਧਾਰ ਹੈ ਪਰਮਾਤਮਾ ਦਾ ਨਾਮ ਤੇ ਪਰਮਾਤਮਾ ਦੇ ਗੁਣ। ਪਰਮਾਤਮਾ ਦੇ ਗੁਣ, ਭਗਤੀ ਕੀ ਹੈ? ਜਿਸ ਵਿੱਚ ਸੱਚ ਹੋਵੇ, ਜਿਸ ਵਿੱਚ ਦਇਆ ਹੋਵੇ, ਪਰਉਪਕਾਰ ਹੋਵਣ, ਸੇਵਾ ਹੋਵੇ, ਨਿਮਰਤਾ ਹੋਵੇ, ਮਿੱਠਤ ਹੋਵੇ, ਦਿਆਲਤਾ ਹੋਵੇ। ਇਹੋ ਹੀ ਗੁਣ ਨੇ ਰੱਬ ਨੇ, ਧਰਮ ਨੇ ਸਾਨੂੰ ਸਿਖਾਏ। ਤੇ ਮਨੁੱਖ ਇੱਕ ਸ਼ੁਭ ਕਰਮਾਂ ਨੂੰ ਕਮਾਵੇ ਜਿਹੜੇ ਕਿ ਭਗਤੀ ਰੂਪ ਦੇ ਅੰਦਰ ਪ੍ਰਗਟ ਹੋ ਕੇ ਸਾਹਮਣੇ ਆਵਣ। ਤੇ ਇਹੋ ਹੀ ਮੰਗ ਸੰਤ ਗੁਰੂ ਜੀ ਕੋਲ ਆ ਕੇ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਤੂੰ ਇਹੋ ਹੀ ਮੰਗ। ਤੇਰੀ ਮੰਗ ਕੀ ਹੋਵੇ? ਗੁਰੂ ਕੋਲੋਂ ਕਿ ਮੈਨੂੰ ਭਗਤੀ ਮਿਲੇ, ਮੈਨੂੰ ਤੇਰਾ ਗਿਆਨ ਉਪਦੇਸ਼ ਮਿਲੇ। ਤਿਆਗ ਸਗਲ ਕਾਮੀ, ਤੇ ਤੂੰ ਸਾਰੇ ਹੀ ਉਹ ਕਰਮ ਛੱਡ, ਉਹ ਸੋਚ ਛੱਡ ਜਿਹੜੇ ਕਿ ਤੈਨੂੰ ਆਪਣੇ ਹੀ ਨਿੱਜ ਮਤ ਦੀਆਂ ਵਾਸ਼ਨਾਵਾਂ ਦੇ ਆਧਾਰ ਤੇ ਆ ਕੇ ਤੈਨੂੰ ਖੜਾ ਕਰ ਦੇਵੇ। ਇਹ ਸਾਰੀਆਂ ਕਾਮਨਾਵਾਂ ਹੋਰ ਜਿਹੜੀਆਂ ਵਾਸ਼ਨਾਵਾਂ ਨੇ, ਹੋਰ ਜਿਹੜੀਆਂ ਮੰਗਾਂ ਨੇ, ਉਹਨਾਂ ਨੂੰ ਛੱਡ ਦੇ। ਇੱਕੋ ਹੀ ਮੰਗ ਹੈ ਜੀਵਨ ਦੇ ਅੰਦਰ ਕਿ ਮੰਗਣਾ ਮੰਗ ਨੀਕਾ, ਹਰ ਜਸ ਗੁਰ ਤੇ ਮੰਗਣਾ, ਤਿਆਗਣਾ ਤਿਆਗਨ ਨੀਕਾ, ਕਾਮ ਕਰੋ ਲੋਭ ਤਿਆਗਣਾ, ਲਾਗਣਾ ਲਾਗਨ ਨੀਕਾ, ਗੁਰ ਚਰਣੀ ਮਨ ਲਾਗਣਾ। ਇਹ ਤੇਰੀ ਮੰਗ ਹੋਵੇ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇਹ ਤੇਰੀ ਮੰਗ ਹੋਵੇ ਜੀਵਨ ਦੇ ਅੰਦਰ। ਰਹਾਓ ਪ੍ਰੀਤ ਲਾਏ ਹਰ ਧਿਆਏ, ਗੁਣ ਗੋਬਿੰਦ ਸਦਾ ਗਾਏ। ਸਦਾ ਤੂੰ ਕੀ ਗਾਇਆ ਕਰ? ਗੋਬਿੰਦ ਨੂੰ ਅਤੇ ਗੁਰੂ ਨੂੰ। ਗੁਣ ਗੋਬਿੰਦ ਸਦਾ ਗਾਏ, ਗੋਬਿੰਦ ਦੇ ਗੁਣ ਗਾ, ਪਰਮਾਤਮਾ ਦੀ ਸਿਫਤ ਕਰ, ਸਦਾ ਗਾਏ। ਸਦਾ ਵਾਸਤੇ ਉਸ ਪਰਮਾਤਮਾ ਦੀ ਸਿਫਤ ਕਰ, ਤੇ ਸਿਫਤ ਵੀ ਕਰ ਪ੍ਰੀਤ ਲਾਏ, ਪ੍ਰੇਮ ਦੇ ਨਾਲ, ਬੱਧਾ ਚੱਟੀ ਨਹੀਂ, ਢਿੰਗੋ ਜੋਰੀ ਨਹੀਂ, ਜਾਂ ਇੱਕ ਮਜਬੂਰੀ ਦੇ ਅੰਦਰ ਨਹੀਂ,
ਜਦੋਂ ਤੂੰ ਪ੍ਰੀਤ ਪਾਵੇਂਗਾ ਪਰਮਾਤਮਾ ਦੇ ਨਾਲ, ਉਹਦੀ ਸਿਫਤ ਕਰੇਗਾ, ਫਿਰ ਤੇਰੇ ਜੀਵਨ ਦੇ ਅੰਦਰ ਉਹ ਪਰਮਾਤਮਾ ਹਰੀ ਨੂੰ ਤੂੰ ਹਿਰਦੇ ਕਰਕੇ ਧਿਆਵੇਂਗਾ। ਹਰ ਧਿਆਏ ਉਸ ਪਰਮਾਤਮਾ ਨੂੰ ਧਿਆਉਣਾ ਕਰ, ਉਹਨੂੰ ਯਾਦ ਕਰ। ਹਰ ਜਨ ਕੀ ਰੇਨ ਬਾਂਛ ਦੈਨ ਹਾਰ ਸੁਆਮੀ। ਹਰ ਜਨ ਕੀ ਰੇਨ ਬਾਂਛ, ਬਾਂਛ ਮਨੇ ਲੋੜ। ਤੂੰ ਇਹ ਲੋੜ ਤੇਰੇ ਜੀਵਨ ਦੇ ਹੋਵੇ, ਉਹ ਹੈ ਹਰੀ ਦੇ ਸੇਵਕ ਦੇ ਚਰਨਾਂ ਦੀ ਧੂੜ। ਹਰ ਜਨ ਕੀ ਰੇਨ, ਰੇਨ ਕਹਿੰਦੇ ਨੇ ਧੂੜ ਨੂੰ। ਧੂੜੀ ਤੋਂ ਭਾਵ ਸੰਗਤ। ਜੇ ਕਈ ਵਾਰ ਐਸਾ ਹੁੰਦਾ ਹੈ, ਸਾਡੇ ਮਨ ਅੰਦਰ ਸੋਚ ਬਣ ਜਾਂਦੀ ਹੈ ਤੇ ਮਨੁੱਖ ਚੁੱਕ ਕੇ ਧੂੜੀ ਵੀ ਲਾਉਂਦਾ ਹੈ ਮੱਥੇ ਨੂੰ, ਪਰ ਸਿਰਫ ਧੂੜੀ ਮਸਤਕ ਨੂੰ ਲਾਉਣ ਮਾਤਰ ਹੀ ਸਿਰਫ ਜੀਵਨ ਦਾ ਨਿਚੋੜ ਨਹੀਂ, ਜਾਂ ਧਰਮ ਦੀ ਅਸਲ ਕਿਰਿਆ ਨਹੀਂ। ਚਰਨ ਰੇਨ ਤੋਂ ਮਤਲਬ ਹੈ ਉਹਨਾਂ ਦੀ ਸੰਗਤ, ਚੰਗਿਆਂ ਦੀ ਸੰਗਤ, ਸੰਤ ਜਨਾਂ ਦੀ ਚੰਗਿਆਈ ਭਰਪੂਰ ਵਾਲੀ ਸੰਗਤ। ਇਸ ਲਈ ਸਤਿਗੁਰੂ ਨੇ ਹੁਕਮ ਕੀਤਾ ਹੈ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੀ ਨਾਨਕ ਦਾਸ। ਇਹ ਹੈ ਸੁਖ ਮੰਗ ਹੈ ਮੇਰੇ ਵਾਸਤੇ, ਦਾਸ ਨਾਨਕ ਵਾਸਤੇ ਸੁਖ ਕੀ ਹੈ? ਸੁਖ ਦੀ ਵਿਚਾਰ ਕੀ ਹੈ? ਮੋਕੋ ਕਰ ਸੰਤਨ ਕੀ ਧੂਰੇ, ਸੰਤ ਜਨਾਂ ਦੇ ਚਰਨਾਂ ਦੀ ਧੂੜ, ਭਾਵ ਉਹਨਾਂ ਦੀ ਮੈਨੂੰ ਚੰਗੀ ਸੰਗਤ ਮਿਲੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਮੈਨੂੰ ਉਹਨਾਂ ਪਿਆਰਿਆਂ ਦੇ ਚਰਨਾਂ ਦੀ ਸੰਗਤ ਚਾਹੀਦੀ ਹੈ, ਜਿਹੜੇ ਕਿ ਚੰਗੀ ਸੰਗਤ ਵਾਲੇ, ਚੰਗੀ ਸੋਚ ਕਰਮ ਵਾਲੇ ਹੋਵਣ। ਇਸ ਲਈ ਹਰ ਜਨ ਕੀ ਰੇਨ ਬਾਂਝ, ਹਰੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆਂ ਪਿਆਰਿਆਂ ਦੀ ਤੋਂ ਉਹਨਾਂ ਦੀ ਚੰਗੀ ਸੰਗਤ ਮੰਗ, ਜਿਸ ਸੰਗਤ ਵਿੱਚੋਂ ਸਤ ਦਾ ਪ੍ਰਗਟਾਵਾ ਹੋਵੇ, ਜਿਸ ਸੰਗਤ ਵਿੱਚੋਂ ਸੱਚ ਦਾ ਮੂਲ ਆਧਾਰ ਪਰਮਾਤਮਾ ਦਿਸੇ ਤੇ ਸੱਚ ਦੇ ਆਧਾਰ ਤੇ ਉਹ ਕਰਮ ਕਰਦੇ ਹੋਵਣ। ਦੈਨ ਹਾਰ ਸੁਆਮੀ, ਜਦੋਂ ਤੂੰ ਇਹ ਮੰਗ ਮੰਗੇਗਾ ਤੇ ਇਹ ਤੇਰੀ ਮੰਗ ਕੌਣ ਪੂਰੀ ਕਰੇਗਾ? ਸੁਆਮੀ ਪਰਮਾਤਮਾ। ਉਹ ਇਸ ਚੰਗਿਆਂ ਦੀ ਸੰਗਤ ਦੇਣ ਵਾਲਾ ਹੈ। ਦੈਨ ਹਾਰ, ਦੇਣ ਵਾਲਾ, ਸੁਆਮੀ ਪਰਮਾਤਮਾ ਵਾਹਿਗੁਰੂ ਜੀ ਤੈਨੂੰ ਚੰਗਿਆਂ ਦੀ ਸੰਗਤ ਵਿੱਚ ਬਿਠਾਉਣ ਵਾਲਾ ਉਹ ਹੀ ਹੈ। ਭਾਵ ਉਹ ਜਦੋਂ ਤੂੰ ਅਰਦਾਸ ਕਰੇਗਾ, ਮੰਗ ਮੰਗੇਗਾ, ਫਿਰ ਮੰਗ ਤੇਰੀ ਹੋਵੇਗੀ ਪੂਰੀ। ਨਿਮਰਤਾ ਦੇ ਨਾਲ, ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਭਿਖਾਰੀ ਦੇ ਵਾਂਗ ਮੰਗਤਾ ਬਣ ਕੇ, ਹਿਰਦੇ ਦੀ ਝੋਲੀ ਫੈਲਾ ਕੇ, ਨਿਸ਼ੰਗ ਹੋ ਕੇ ਮੰਗ। ਇਹ ਚੰਗੀ ਸੰਗਤ ਹੈ, ਇਸ ਵਿੱਚ ਸੰਗਣ ਦੀ ਲੋੜ ਨਹੀਂ। ਜਦੋਂ ਇਹ ਚੰਗੀ ਮੰਗ ਮੰਗੇਗਾ, ਫਿਰ ਪਰਮਾਤਮਾ ਜੀ ਦਇਆਲ ਹੋ ਕੇ ਤੇਰੇ ਜੀਵਨ ਦੇ ਅੰਦਰ ਇਹ ਚੰਗੀ ਸੰਗਤ ਦੀ ਮੰਗ ਪਾਉਣਗੇ ਤੇਰੀ ਝੋਲੀ ਵਿੱਚ, ਤੇ ਤੈਨੂੰ ਉਹਨਾਂ ਦੀ ਸੰਗਤ ਮਿਲੇਗੀ ਚੰਗੀ। ਪਰ ਇਹ ਦੈਨ ਹਾਰ ਸੁਆਮੀ, ਇਸ ਮਾਲਕ ਪਰਮਾਤਮਾ ਆਪ ਹੀ ਤੈਨੂੰ ਜਿਹੜੀ ਤੇਰੀ ਮੰਗ ਹੈ ਮੰਗੀ ਜਾ ਰਹੀ, ਉਹ ਤੇਰੀ ਪੂਰੀ ਹੋਵੇਗੀ। ਕਿਉਂਕਿ ਇਸ ਦਰਬਾਰ ਦੇ ਅੰਦਰ ਸਭ ਕੁਝ ਭਰੇ ਹੋਏ ਭੰਡਾਰ ਨੇ। ਇਹਨਾਂ ਭੰਡਾਰਿਆਂ ਦੇ ਅੰਦਰੋਂ ਤੇਰੇ ਜੀਵਨ ਦੀ ਜੇ ਇਹ ਇੱਛਾ ਹੈ, ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ। ਮੇਰੀ ਕਾਂਖਸ਼ਾ ਹੈ, ਮੇਰੀ ਇੱਛਾ ਹੈ, ਮੈਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬਿਠਾਉਣਾ ਕਰੋ। ਦੈਨ ਹਾਰ ਸੁਆਮੀ। ਸਰਬ ਕੌਸ਼ਲ ਸੁਖ ਵਿਸ਼ਰਾਮ, ਆਨੰਦਾ ਆਨੰਦ ਨਾਮ। ਸਰਬ ਕੌਸ਼ਲ ਸੁਖ ਵਿਸ਼ਰਾਮ, ਟਿਕਾਣਾ। ਵਿਸ਼ਰਾਮ ਮੈਨੇ ਟਿਕਾਣਾ। ਸਾਰੇ ਹੀ ਸੁੱਖ ਸ਼ਾਂਤੀ ਦਾ, ਕੁਸ਼ਲਤਾ ਦਾ ਤੇ ਸਾਰੇ ਸੁੱਖਾਂ ਦਾ ਟਿਕਾਣਾ ਕੀ ਹੈ? ਉਹ ਪਰਮਾਤਮਾ ਦਾ ਨਾਮ, ਜਿਸ ਵਿੱਚੋਂ ਕਿ ਆਨੰਦ ਮਿਲਦਾ ਹੈ, ਭਾਵ ਖੁਸ਼ੀ ਮਿਲਦੀ ਹੈ ਅੰਤਰੀਵ। ਉਹ ਮਿਲੀ ਹੋਈ ਖੁਸ਼ੀ ਫਿਰ ਦੁਬਾਰਾ ਦੁੱਖ ਵਿੱਚ ਬਦਲਦੀ ਨਹੀਂ। ਤਾਂ ਹੀ ਸਤਿਗੁਰੂ ਨੇ ਹੁਕਮ ਕੀਤਾ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕਾ ਏਕੀ ਨੀਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੀਤੈ। ਸਰਬ ਕੁਸ਼ਲ ਸੁਖ ਵਿਸ਼ਰਾਮ, ਆਨੰਦਾ ਆਨੰਦ ਨਾਮ। ਪਰਮਾਤਮਾ ਦਾ ਨਾਮ ਕੀ ਹੈ? ਸਾਰੀਆਂ ਤਾਕਤਾਂ ਦਾ ਮਾਲਕ ਹੈ। ਨਾਮ ਵਿੱਚੋਂ ਆਨੰਦ ਮਿਲਦਾ ਹੈ।
ਨਾਮ ਵਿੱਚੋਂ ਅੰਦਰ ਦੀ ਖੁਸ਼ੀ ਮਿਲਦੀ ਹੈ। ਨਾਮ ਦੇ ਅੰਦਰੋਂ ਸਰਬ ਤਰ੍ਹਾਂ ਦੀ ਕੁਸ਼ਲਤਾ, ਸਰੀਰ ਦੀ ਤੰਦਰੁਸਤੀ, ਮਨ ਦੀ ਤੰਦਰੁਸਤੀ ਮਿਲਦੀ ਹੈ। ਸਰੀਰ ਵਿੱਚੋਂ ਅੰਤਰੀਵ ਸੁੱਖ ਮਿਲਦਾ ਹੈ। ਸਰੀਰ ਵਿੱਚ ਇਸ ਪਰਮਾਤਮਾ ਦੇ ਨਾਮ ਸਦਕਾ ਸਰੀਰ ਵਿੱਚ ਹੀ ਇਹ ਜਿਹੜਾ ਸਰੀਰ ਦੀ ਭਟਕਣਾ ਨਾ, ਮਨ ਦੀ ਭਟਕਣਾ, ਇਹ ਵੀ ਫਿਰ ਟਿਕਾਣੇ ਦੇ ਅੰਦਰ ਟਿਕ ਜਾਂਦੀ ਹੈ ਨਾਮ ਦੇ ਸਦਕਾ। ਇਸ ਲਈ ਜਮ ਕੀ ਕਛ ਨਾਹੀਂ ਤਰਾਸ, ਸਿਮਰ ਅੰਤਰ ਜਾਮੀ। ਦਿਲਾਂ ਵਿੱਚ ਬੈਠੇ ਹੋਏ ਪਰਮਾਤਮਾ ਨੂੰ ਯਾਦ ਕਰ, ਫਿਰ ਤੈਨੂੰ ਤਰਾਸ ਕਹਿੰਦੇ ਨੇ ਡਰ ਨੂੰ, ਕਦੀ ਵੀ ਜਮ ਦਾ ਡਰ ਨਹੀਂ ਲੱਗੇਗਾ। ਜਮਦੇ ਦੂਤ ਪਰਮਾਤਮਾ ਦਾ ਨਾਮ ਸੁਣ ਕੇ ਦੌੜ ਜਾਣਗੇ। ਜਮਦੇ ਦੂਤ ਬੇਕਾਰ ਦੋਸ਼। ਇਸ ਲਈ ਜਮ ਕੀ ਕਛ ਨਾਹੀਂ ਤਰਾਸ, ਸਿਮਰ ਅੰਤਰ ਜਾਮੀ। ਪਰਮਾਤਮਾ ਨੂੰ ਯਾਦ ਕਰਨਾ ਕਰ। ਏਕ ਸ਼ਰਨ ਗੋਬਿੰਦ ਚਰਨ, ਸੰਸਾਰ ਸਗਲ ਤਾਪ ਹਰਨ। ਇੱਕ ਪਰਮਾਤਮਾ ਦੇ ਚਰਨਾਂ ਦੀ ਸ਼ਰਨ, ਭਾਵ ਪਰਮਾਤਮਾ ਦਾ ਸਿਮਰਨ, ਸੰਸਾਰ ਸਗਲ ਤਾਪ ਹਰਨ। ਸੰਸਾਰ ਦੇ ਸਾਰੇ ਹੀ ਤਾਪ ਨੂੰ ਭਜਾ ਦਿੰਦਾ ਹੈ। ਹਰਨ ਹੁੰਦਾ ਹੈ ਦੂਰ ਕਰ ਦੇਣਾ। ਨਾਵ ਰੂਪ ਸਾਧ ਸੰਗ ਨਾਨਕ ਪਾਰ ਗ੍ਰਾਮੀ। ਸਤਿਗੁਰੂ ਦਾ ਹੁਕਮ, ਪਰਮਾਤਮਾ ਦਾ ਨਾਮ ਇੱਕ ਜਹਾਜ਼ ਵਾਂਗ, ਇੱਕ ਬੇੜੀ ਵਾਂਗ ਦੇ ਹੈ। ਜਿਹੜਾ ਇਸ ਨਾਮ ਰੂਪ ਜਹਾਜ਼ ਤੇ ਬੈਠ ਹੋ ਜਾਂਦਾ ਹੈ, ਸਵਾਰ ਹੋ ਜਾਂਦਾ ਹੈ, ਪਾਰਗ੍ਰਾਮੀ, ਪਰਮਾਤਮਾ ਦਾ ਨਾਮ ਰੂਪ ਜਹਾਜ਼ ਉਹਨਾਂ ਨੂੰ ਦੂਸਰੇ ਕਿਨਾਰੇ ਤੇ ਲਿਜਾਣ ਦੀ ਸਮਰੱਥਾ ਰੱਖਦੇ, ਭਾਵ ਤਾਰਨ ਦੀ ਸਮਰੱਥਾ ਰੱਖਣ ਵਾਲਾ ਹੈ ਪਰਮਾਤਮਾ ਦਾ ਨਾਮ। ਇਸ ਲਈ ਗੁਰੂ ਜੀ ਦੇ ਗਿਆਨ ਉਪਦੇਸ਼, ਗੁਰਬਾਣੀ ਸੰਦੇਸ਼ ਦੇ ਰਾਹੀਂ ਜੀਵਨ ਦੇ ਅੰਦਰ ਚੰਗਿਆਈ ਵਸ ਜਾਵੇ, ਜਿਸ ਸਦਕਾ ਜੀਵਨ ਚੰਗਾ ਹੋ ਜਾਵੇ। ਗੁਰੂ ਦੇ ਲੜ ਦੇ ਨਾਲ ਲੱਗਿਆ ਹੋਇਆ, ਗੁਰ ਸੰਦੇਸ਼ ਉਪਦੇਸ਼ ਦੇ ਨਾਲ ਆਪਣਾ ਜੀਵਨ ਚਲਾਉਣ ਵਾਲਾ ਸਿੱਖ ਸਦਾ ਆਪਣੇ ਜੀਵਨ ਦੇ ਅੰਦਰ ਖੁਸ਼ੀ ਹਾਸਲ ਕਰਦਾ ਹੈ। ਜਿਹੜਾ ਖੁਸ਼ੀ ਦਾ ਸੋਮਾ ਗੁਰੂ ਅਤੇ ਪਰਮਾਤਮਾ ਹੈ। ਗੁਰੂ ਦਰਬਾਰ ਵਿੱਚੋਂ, ਪਰਮਾਤਮਾ ਦੇ ਨਾਮ ਵਿੱਚੋਂ ਮਿਲੀ ਖੁਸ਼ੀ ਅਤੇ ਸੁੱਖ ਜੀਵਨ ਦਾ ਸਾਥ ਨਿਭਾਉਣ ਵਾਲੀ ਹੈ। ਮਾਲਕ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ ਹੁਣ ਭਾਈ ਸਾਹਿਬ ਦੇ ਕੀਰਤਨ ਜਥੇ ਪਾਸੇ ਸ਼ਬਦ ਕੀਰਤਨ ਸਰਵਣ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बिघ्न न को लागता, गुर पै अरदास। 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 गुर पै अरदास,
ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਭਗਤਨ ਕੀ ਰਾਸ ਭਗਤਨ ਕੀ ਰਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਸੰਤਨ ਕੈ ਪਾਸ ਸੰਤਨ ਕੈ ਪਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਗੁਰ ਪਹਿ ਅਰਦਾਸ ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਵਿਗਨ ਨ ਕੋ ਲਾਗਤਾ ਗੁਰ ਪਹਿ ਅਰਦਾਸ ਵਿਗਨ ਨ ਕੋ ਲਾਗਤਾ
टोट न आवे